ਕੋਈ ਕਿਸੇ ਨੂੰ ਥਾਰ ਬਣਦਾ ਫਿਰੇ, ਕੋਈ ਕਿਸੇ ਨੂੰ ਬੁਲਟ ਬਣਦਾ ਫਿਰੇ, ਕੋਈ ਕਿਸੇ ਨੂੰ ਜਿਹੜਾ ਹੈਗਾ ਘੋੜੇ ਬਣਦਾ ਫਿਰੇ। ਅੱਜ ਦੇ ਟਾਈਮ ਦੇ ਵਿੱਚ ਕੋਈ ਬੇਲਾ ਨਹੀਂ, ਅੱਜ ਦੇ ਟਾਈਮ ਦੇ ਵਿੱਚ ਕੋਈ ਅਜਿਹਾ ਨਹੀਂ ਜੋ ਆਪਦਾ ਆਪ ਲੁਟਾਉਣ ਦੇ ਲਈ ਬੈਠਾ। ਇੱਥੇ ਤਾਂ ਲੋਕ ਲੁੱਟਣ ਨੂੰ ਕਾਹਲੇ ਨੇ। ਸਭ ਤੋਂ ਪਹਿਲਾਂ ਉਹਨਾਂ ਪੇਜਾਂ ਵਾਲਿਆਂ ਨੂੰ ਫੜੋ, ਜਿਹੜੇ ਪੇਜਾਂ ਵਾਲੇ ਇਹਨਾਂ ਨੂੰ ਪ੍ਰਮੋਟ ਕਰਦੇ ਆ, ਜਿਹੜੇ ਪੇਜਾਂ ਵਾਲੇ ਇਹਨਾਂ ਨੂੰ ਅੱਗੇ ਤੱਕ ਪਹੁੰਚਾਉਂਦੇ ਆ। ਤੇ ਜੇਕਰ ਇੱਕ ਦੋ ਦੇ ਉੱਪਰ ਸ਼ਿਕੰਜਾ ਕੱਸਿਆ ਗਿਆ ਨਾ ਤਾਂ ਇਹਨਾਂ ਪੇਜਾਂ ਵਾਲੇ ਨੇ ਪ੍ਰਮੋਟ ਕਰਨਾ ਤੇ ਨਾ ਕੋਈ ਲੱਕੀ ਡਰਾ ਨਿਕਲਣਾ। 60-70 ਲੱਖ ਰੁਪਈਆ ਮਹਿਜ਼ 1.5-2 ਮਹੀਨੇ ਦੇ ਵਿੱਚ। ਫਿਰ ਇਦੋਂ ਚੰਗਾ ਰੁਜ਼ਗਾਰ ਕੀ ਹੋਊਗਾ ਯਾਰ। ਪੋਸਟ ਪਾਈ ਸੀ ਉਹ ਥੱਲੇ ਕਮੈਂਟ ਆਉਂਦੇ ਕਿ ਬਾਈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ। ਜੇ ਬੇਰੁਜ਼ਗਾਰੀ ਆ ਫਿਰ ਤੁਸੀਂ ਲੋਕਾਂ ਨੂੰ ਲੁੱਟਣਾ ਯਾਰ, ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨੇ ਆ ਯਾਰ। ਜਦੋਂ ਸਾਡਾ ਕਾਨੂੰਨ ਸਾਨੂੰ ਇਹ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦਾ, ਪ੍ਰਾਈਵੇਟ ਜਿਹੜੇ ਲੱਕੀ ਡਰਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦਾ, ਫਿਰ ਕਿੱਥੋਂ ਆ ਗਏ ਬਾਈ? ਇਹਨਾਂ ਨੇ ਕਿਉਂ ਖੋਲ੍ਹ ਲਏ? ਜਿਹੜਾ ਸੋਤੋਂ 500 ਭਰਾ ਰਿਹਾ, 200 ਭਰਾ ਰਿਹਾ, 300 ਭਰਵਾ ਰਿਹਾ, ਉਹ ਸੋਡੇ ਘਰੇ ਥਾਰ ਖੜੀ ਕਰੇ ਨਾ ਕਰੇ, ਸੋਡੇ ਘਰੇ ਬੁਲਟ ਖੜਾ ਕਰੇ ਨਾ ਕਰੇ, ਪਰ ਉਸ ਮਾਂ ਦੇ ਪੁੱਤ ਦੇ ਘਰੇ ਬੁਲਟ ਤੇ ਥਾਰ ਜ਼ਰੂਰ ਖੜਾ ਹੋ। ਇਹ ਤੁਸੀਂ ਦੇਖ ਲਿਓ 2-3 ਮਹੀਨੇ ਬਾਅਦ ਜਦੋਂ ਉਹਨੇ ਪੈਸੇ ਇਕੱਠੇ ਕਰ ਲਏ। ਇਹ ਜੀ ਸਮਾਜ ਸੇਵਾ ਕਿਹੜੀ ਆ ਕਿ ਤੁਸੀਂ ਪੇਜਾਂ ਨੂੰ ਪੈਸੇ ਦੇ ਕੇ ਇੱਦਾਂ ਹੀ ਸਮਾਜ ਸੇਵਾ ਕਰਦੇ ਹੋ? ਸੁਭਾਵਿਕ ਤੌਰ ਤੇ ਆ, ਆਪਦੀ ਜੇਬ ਦੇ ਵਿੱਚ ਤਾਂ ਤੁਸੀਂ ਦਿਓਗੇ ਨਹੀਂ। ਤੁਹਾਨੂੰ ਪਤਾ ਪਹਿਲੀ ਆਈਡੀਆ ਲਾਇਆ ਹੁੰਦਾਗਾ ਕਿ ਇੰਨੇ ਕੁ ਰੁਪਈਏ ਸਾਨੂੰ ਇਕੱਠੇ ਹੋ ਜਾਣਗੇ, ਇੰਨੇ ਕੁ ਦੇ ਆਪਾਂ ਨਾਮ ਕੱਢ ਦਈਏ, ਦੂਜੇ ਜਿਹੜੇ ਹੈਗੇ ਆ ਉਹ ਆਪਣੀ ਜੇਬ ਦੇ ਵਿੱਚ ਜਾਣਗੇ। ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਨਾਲ। ਮੈਂ ਹਾਂ ਗੌਰਵ। ਲੱਕੀ ਡਰਾਅ ਤੁਸੀਂ ਸੁਣਿਆ ਹੋਊਗਾ ਆਮ ਤੌਰ ਤੇ, ਜਿਸ ਦੇ ਤਹਿਤ ਲੋਕ ਆਪਦੀ ਕਿਸਮਤ ਚਟਾਉਣ 'ਚ ਜੁਟ ਜਾਂਦੇ ਨੇ। ਉੱਥੇ ਹੀ ਇਸ ਦੇ ਪਿੱਛੇ ਇੱਕ ਗੈਰ ਕਾਨੂੰਨੀ ਜਾਂ ਕਹੀਏ ਫਰਾਡ ਕਿਸਮ ਦਾ ਧੰਦਾ ਵੀ ਪੈਰ ਪਸਾਰੀ ਖੜਾ, ਜਿੱਥੇ 1998 ਦੇ ਐਕਟ ਤਹਿਤ ਇਹ ਕੋਈ ਗੈਰ ਕਾਨੂੰਨੀ ਨਹੀਂ, ਪਾਬੰਦੀਸ਼ੁਦਾ ਨਹੀਂ, ਇਹ 'ਤੇ ਕੋਈ ਖਾਸ ਪਾਬੰਦੀਆਂ ਸਾਹਮਣੇ ਨਹੀਂ ਆਉਂਦੀਆਂ, ਪਰ ਇੱਕ ਗੁੰਝਲਦਾਰ ਸਾਜ਼ਿਸ਼ ਵੀ ਹੈ ਇਹਦੇ ਪਿੱਛੇ। ਉਹ ਕੀ ਤਾਣਾ ਬਾਣਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਾਡੇ ਸਹਿਯੋਗੀ ਜਸ ਗਰੇਵਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਸ, ਕੀ ਗੁੰਝਲਦਾਰ ਸਾਜ਼ਿਸ਼ ਹੈ ਇਹਦੀ ਗੱਲਬਾਤ? ਜਿਵੇਂ ਤੁਸੀਂ ਇੱਕ ਗੱਲ ਕਹੀ ਨਾ ਕਿ 1998 ਦੇ ਐਕਟ ਦੇ ਤਹਿਤ ਇਹ ਪਾਬੰਦੀਸ਼ੁਦਾ ਨਹੀਂ ਹੈ, ਇੱਥੇ ਮੈਂ ਇੱਕ ਗੱਲ ਹੋਰ ਐਡ ਕਰ ਦੇਵਾਂ ਕਿ 1998 ਦੇ ਐਕਟ ਦੇ ਤਹਿਤ ਸਿਰਫ 13 ਸਟੇਟਾਂ ਦੇ ਵਿੱਚ ਇਹ ਪਾਬੰਦੀਸ਼ੁਦਾ ਨਹੀਂ ਆ। 15 ਸਟੇਟਾਂ ਦੀ ਗੱਲ ਕਰ ਲਈਏ ਤਾਂ ਉੱਥੇ ਪਾਬੰਦੀਸ਼ੁਦਾ ਆ। ਤੁਸੀਂ ਚੰਡੀਗੜ੍ਹ ਦੇ ਵਿੱਚ ਕਦੇ ਸੁਣਿਆ ਲੋਟਰੀ ਲੱਕੀ ਡਰਾ? ਤੁਸੀਂ ਕਦੇ ਰਾਜਸਥਾਨ ਦੇ ਵਿੱਚ ਸੁਣਿਆ ਲੋਟਰੀ ਲੱਕੀ ਡਰਾ? ਤੁਸੀਂ ਕਦੇ ਦਿੱਲੀ ਦੇ ਵਿੱਚ ਸੁਣਿਆ ਲੋਟਰੀ ਲੱਕੀ ਡਰਾ? ਨਹੀਂ, ਕਿਉਂਕਿ ਉੱਥੇ ਪਾਬੰਦੀ ਹੈ ਇਹਨਾਂ ਚੀਜ਼ਾਂ ਦੇ ਉੱਪਰ, ਪਾਬੰਦੀ ਆ। ਆਪਾਂ ਸਿਰਫ ਪੰਜਾਬ ਦੇ ਵਿੱਚ ਸੁਣਦੇ ਹਾਂ ਕਿ ਪਹਿਲਾਂ ਲੋਟਰੀਆਂ ਸੁਣਦੇ ਹੁੰਦੇ ਸੀ ਕਿ ਤਿਉਹਾਰਾਂ ਦੇ ਉੱਪਰ ਲੋਟਰੀਆਂ ਨੇ ਭਾਈ। ਅਸੀਂ ਦੁਕਾਨ 'ਤੇ ਜਾਂਦੇ ਸੀ, ਉੱਥੇ ਲੋਟਰੀ ਦੀ ਜਿਹੜੀ ਟਿਕਟ ਲੈ ਲੈਂਦੇ ਸੀ, ਟਿਕਟ ਲੈਣ ਤੋਂ ਬਾਅਦ ਠੀਕ ਹੈ ਜੀ ਆਪਦੀ ਕਿਸਮਤ ਅਜਮਾਉਂਦੇ ਸੀ। ਹੁਣ ਇੱਕ ਧੰਦਾ ਕੀ ਚੱਲ ਪਿਆ ਨਾ, ਧੰਦਾ ਇਹ ਚੱਲਿਆ ਕਿ ਜਿਵੇਂ ਕੁਛ ਕੁ ਲੋਕ ਇਕੱਠੇ ਹੋ ਕੇ ਜਾਂ ਕੋਈ ਦੁਕਾਨ ਵਾਲਾ ਜਾਂ ਕੋਈ ਛੋਟੇ ਮੋਟੇ ਮੌਲ ਵਾਲਾ ਇੱਕ ਲੱਕੀ ਡਰਾਅ ਦੀ ਸਕੀਮ ਕੱਢਦਾ ਆ ਕਿ ਭਾਈ ਅਸੀਂ ਲੱਕੀ ਡਰਾਅ ਕੱਢ ਰਹੇ ਹਾਂ, ਤੁਸੀਂ 300 400 ਜਾਂ 500, ਸ਼ਾਇਦ 500 ਜਾਂ 600 ਤੱਕ ਟਿਕਟ ਹੁੰਦੀ ਹੈ, ਇਦੋਂ ਉੱਪਰ ਨਹੀਂ ਹੁੰਦੀ। ਸ਼ੁਰੂਆਤ ਤਾਂ 100 ਤੋਂ ਹੀ ਹੋ ਜਾਂਦੀ। ਉਹ ਲਾਉਂਦੇ ਵੀ ਇੱਦਾਂ ਨਾ ਜਿਵੇਂ ਮੌਲ ਦੇ ਵਿੱਚ ਨਹੀਂ ਲਾਇਆ ਹੁੰਦਾ 99 299 399 ਇੱਦਾਂ ਦੇ ਜਿਹੜੇ ਹੈਗੇ ਆ ਉੱਤੇ ਕਿਹਾ ਜਾਂਦਾ ਕਿ ਭਾਈ ਇੰਨੇ ਰੁਪਏ ਦੀ ਟਿਕਟ ਖਰੀਦੋ। ਟਿਕਟ ਖਰੀਦਦੇ ਆ, ਉੱਤੇ ਨਾ ਕਾਰਾਂ ਰੱਖੀਆਂ ਜਾਂਦੀਆਂ ਨੇ, ਗੱਡੀਆਂ ਰੱਖੀਆਂ ਜਾਂਦੀਆਂ ਨੇ, ਟਰੈਕਟਰ ਰੱਖੇ ਜਾਂਦੇ ਨੇ, ਮੋਟਰਸਾਈਕਲ ਰੱਖੇ ਜਾਂਦੇ ਨੇ, ਸਾਈਕਲ ਰੱਖੇ ਜਾਂਦੇ ਨੇ, ਹੋਰ ਬੜੀਆਂ ਬੀਬੀਆਂ ਭੈਣਾਂ ਦੇ ਲਈ ਜਿਹੜੇ ਵਾਸ਼ਿੰਗ ਮਸ਼ੀਨਾਂ, ਹੋਰ ਕੁਝ ਰੱਖਿਆ ਜਾਂਦਾ। ਹੁਣ ਤਾਂ ਹੋਰ ਵੀ ਬੜਾ ਚੱਲ ਪਿਆ ਗੌਰਵ ਕਿ ਘੋੜੇ ਵੀ ਰੱਖੇ ਜਾਣ ਲੱਗ ਪਏ। ਮੈਂ ਪਿੱਛੇ ਜੇ ਸੁਣਿਆ ਕਿ ਇੱਕ ਨੇ ਸਕਰੀਨਸ਼ਾਟ ਭੇਜਿਆ, ਕਹਿੰਦੇ ਬਾਈ ਹੁਣ ਤਾਂ ਮਤਲਬ ਸ਼ਾਇਦ ਝੋਟੇ ਵੀ ਰੱਖੇ ਜਾਣ ਲੱਗ ਪਏ, ਪਸ਼ੂ ਵੀ ਰੱਖੇ ਜਾਣ ਲੱਗ ਪਏ। ਹੁਣ ਇਹਦੇ ਵਿੱਚ ਬੰਦਾ ਕਹਿ ਦੂ ਯਾਰ ਕਿ 500 ਰੁਪਈਆ ਅਸੀਂ ਪਵਾ ਰਹੇ ਹਾਂ ਬਾਈ, ਅਤੇ ਅਸੀਂ 500 ਦੇ ਵਿੱਚ ਕਿਸੇ ਦੀ ਕਿਸਮਤ ਦੇ ਵਿੱਚ ਝੋਟਾ ਦੇ ਰਹੇ ਹਾਂ ਜਾਂ ਕਿਸੇ ਨੂੰ ਗੱਡੀ ਦੇ ਰਹੇ ਹਾਂ। ਠੀਕ ਆ, ਮੰਨ ਲਿਆ ਤੁਸੀਂ 500 ਦੇ ਵਿੱਚ ਦੇ ਰਹੇ ਹੋ, ਪਰ ਗੱਲ ਇੱਥੇ ਇਹ ਤਾਂ ਦੱਸੋ ਨਾ ਕਿ ਜਿੰਨਾ ਪੈਸਾ ਤੁਹਾਨੂੰ ਇਕੱਠਾ ਹੋ ਰਿਹਾ ਉਹ ਜਾ ਕਿੱਧਰ ਰਿਹਾ ਆ? ਬਹੁਤੇ ਆ ਕੱਢ ਦਿੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਦੇ ਸਾਰੇ ਜਿਹੜੇ ਫਰੋਡੀ ਆ ਸਾਰੇ ਦੇ ਸਾਰੇ ਭੱਜ ਰਹੇ, ਹਾਲਾਂਕਿ ਕੰਮ ਤਾਂ ਇਲੀਗਲ ਕਰ ਰਹੇ, ਕੰਮ ਤਾਂ ਗੈਰ ਕਾਨੂੰਨੀ ਕਰ ਰਿਹਾ, ਕਿਉਂਕਿ ਜਦੋਂ ਤੁਸੀਂ ਪ੍ਰਾਈਵੇਟ ਤੌਰ 'ਤੇ ਇਹ ਚੀਜ਼ਾਂ ਕਰ ਹੀ ਨਹੀਂ ਸਕਦੇ। ਹਾਲਾਂਕਿ ਹੋ ਸਕਦਾ ਹਾਲੇ ਤੱਕ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਾ ਹੋਣ। ਇੱਕ ਗੱਲ ਹੋਰ ਆ, ਪਿਛਲੇ ਦਿਨਾਂ ਦੇ ਵਿੱਚ ਇਹ ਕੰਮ ਇੰਨਾ ਕੁ ਵੱਧ ਗਿਆ। ਹਾਲਾਂਕਿ ਸੰਗਰੂਰ ਏਰੀਏ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਪਹਿਲਾਂ ਤੋਂ ਇਹ ਚੀਜ਼ ਚੱਲ ਰਹੀ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਗੌਰਵ ਇਹ ਇੰਨਾ ਕੁ ਵੱਧ ਗਿਆ। ਸ਼ਾਇਦ ਇੱਕ ਪਿੰਡ ਦੇ ਵਿੱਚ 2-2 ਉਹ ਜਿਹੜੇ ਹੈਗੀਆਂ ਲੱਕੀ ਡਰਾ ਵਾਲੇ ਖੜੇ ਹੋ ਗਏ। ਕਿਸੇ ਦੀ ਛੋਟੀ ਜਿਹੀ ਦੁਕਾਨ ਹੁੰਦੀ ਉਹ ਵੀ ਲੱਕੀ ਡਰਾ ਪਾ ਕੇ ਖੜ ਜਾਂਦਾ। ਮੈਂ ਜੀ ਲੋਕਾਂ ਨੂੰ ਵੰਡ ਰਿਹਾ ਜੀ 299 ਰੁਪਏ ਦੇ ਵਿੱਚ ਬੁਲਟ, 399 ਰੁਪਏ ਦੇ ਵਿੱਚ ਆਹ, 499 ਰੁਪਏ ਦੇ ਵਿੱਚ ਆਹ, ਪਰ ਕੁੱਲ ਮਿਲਾ ਕੇ ਉਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਦੀਆਂ ਸਾਰੀਆਂ ਗੈਰ ਕਾਨੂੰਨੀ ਨੇ। ਹੁਣ ਕਿਸ ਤਰ੍ਹਾਂ ਦੇ ਨਾਲ ਨੇ, ਉਹਨਾਂ ਨੇ ਇਕੱਠਾ ਕਰ ਲਿਆ ਰੁਪਈਆ, ਮੰਨ ਕੇ ਚੱਲਦੇ ਆ 500 ਹੈ। 500 ਦੇ ਵਿੱਚੋਂ ਜੇਕਰ ਉਹਨੇ ਪੂਰੀ ਲੋਟਰੀ ਪਵਾਈ ਤਾਂ ਉਹਨਾਂ ਨੇ 60-70 ਲੱਖ ਜਾਂ 80 ਲੱਖ ਰੁਪਏ ਇਕੱਠਾ ਕਰ ਲਿਆ। ਦਿੱਤਾ ਕਿੰਨਾ? ਮੰਨ ਕੇ ਚੱਲੋ ਇੱਕ ਕੋਈ ਟਰੈਕਟਰ ਰੱਖਤਾ 12-13 ਲੱਖ ਜਾਂ 14 ਲੱਖ ਜਾਂ ਮੈਕਸੀਮਮ ਮੰਨ ਲਈਏ ਕਿ 20 ਲੱਖ ਦੇ ਜਿਹੜੇ ਹੈਗੇ ਆ ਉਹਨਾਂ ਨੇ ਇਨਾਮ ਦੇ ਦਿੱਤੇ। ਦੂਜੇ ਕਿੱਧਰ ਗਏ ਜੀ?
ਦੂਜੇ ਪੈਸੇ ਗਏ ਕਿੱਧਰ? 60 ਲੱਖ ਹੋ ਗਿਆ, 50 ਲੱਖ ਹੋ ਗਿਆ, 40 ਲੱਖ ਹੋ ਗਿਆ, ਉਹ ਕਿੱਧਰ ਗਿਆ? ਉਹ ਉਹਨਾਂ ਕੋਲੇ ਗਿਆ। ਹੁਣ ਬਹੁਤਾ ਕਹਿੰਦੇ ਕਿ ਅਸੀਂ ਕਿਸੇ ਦੇ ਲਈ ਕਰਦੇ ਹਾਂ ਜੀ, ਕਿਸੇ ਦੀ ਕਿਸਮਤ ਅਜਮਾਉਣ ਦੇ ਲਈ ਕਰਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਕੋਈ ਇੰਨਾ ਵਿਹਲਾ ਨਹੀਂ ਹੈਗਾ ਕਿ ਜਿਹੜਾ ਕਿਸੇ ਨੂੰ ਵੰਡਦਾ ਫਿਰੇ। ਕੋਈ ਕਿਸੇ ਨੂੰ ਥਾਰ ਵੰਡਦਾ ਫਿਰੇ, ਕੋਈ ਕਿਸੇ ਨੂੰ ਬੁਲਟ ਵੰਡਦਾ ਫਿਰੇ, ਕੋਈ ਕਿਸੇ ਨੂੰ ਜਿਹੜਾ ਹੈਗਾ ਘੋੜੇ ਬਣਦਾ ਫਿਰੇ। ਅੱਜ ਦੇ ਟਾਈਮ ਦੇ ਵਿੱਚ ਕੋਈ ਵਿਹਲਾ ਨਹੀਂ। ਅੱਜ ਦੇ ਟਾਈਮ ਦੇ ਵਿੱਚ ਕੋਈ ਅਜਿਹਾ ਨਹੀਂ ਜੋ ਆਪਦਾ ਆਪ ਲੁਟਾਉਣ ਦੇ ਲਈ ਬੈਠਾ। ਇੱਥੇ ਤਾਂ ਲੋਕ ਲੁੱਟਣ ਨੂੰ ਕਾਹਲੇ ਨੇ। ਉਹ ਲੁੱਟ ਕਿਵੇਂ? ਕਿਉਂਕਿ ਜੇਕਰ ਕੋਈ ਕਿਸੇ ਦਾ ਇੱਕ ਵਾਰੀ ਸਕਸੈਸ ਹੋ ਜਾਂਦਾ ਆ, ਉਹ ਇੱਕ ਵਾਰੀ ਪੈਸੇ ਖੱਟ ਲੈਂਦਾ ਆ, ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਫਿਰ ਦੁਬਾਰੇ ਕਰ ਦਿੰਦਾ ਸ਼ੁਰੂ ਕਿ ਬਈ ਅਸੀਂ ਇੱਕ ਵਾਰੀ, ਉਹ ਕਰਦਾ ਕਿ ਅਸੀਂ ਬਈ ਇੱਕ ਵਾਰੀ ਸਕਸੈਸ, ਅਸੀਂ ਭੱਜੇ ਨਹੀਂ। ਉਹ ਕਹਿੰਦੇ ਨੇ ਅਸੀਂ ਭੱਜੇ ਨਹੀਂ, ਫਰਾਡ ਨਹੀਂ ਕੀਤਾ, ਅਸੀਂ ਜਿਹੜਾ ਹੈਗਾ ਲੋਕਾਂ ਨੂੰ ਦਿੱਤਾ। ਪਰ ਇਹ ਤਾਂ ਪਤਾ ਨਹੀਂ ਤੁਸੀਂ ਭਰਾਵੋ ਰੁਪਈਆ ਜਿਹੜਾ 40-50 ਲੱਖ ਆਪਦੇ ਬੋਝੇ ਦੇ ਵਿੱਚ ਪਾ ਗਏ, ਉਹ ਕਿਹੜੇ ਖਾਤੇ ਆ? ਦੂਜੀ ਗੱਲ, ਜਦੋਂ ਇਹ ਸਵਾਲ ਉੱਠਣ ਲੱਗ ਗਏ ਨਾ ਗੌਰਵ ਕਿ ਇਹ ਭੱਜ ਰਹੇ ਆ ਜੀ, ਇਹ ਫਰਾਡ ਆ ਜੀ, ਇਹ ਭੱਜ ਨਾ ਜਾਣ, ਤਾਂ ਉਦੋਂ ਕੁਛ ਕੁ ਜਿਹੜੇ ਲੱਕੀ ਡਰਾ ਵਾਲੇ ਸੀ ਫਿਰ ਉਹਨਾਂ ਨੇ ਵੀ ਗੇਮ ਖੇਡੀ ਕਿ ਯਾਰ ਬਈ ਇਹ ਚੀਜ਼ਾਂ ਸਵਾਲ ਉੱਠਣ ਲੱਗ ਗਏ। ਫਿਰ ਕਹਿੰਦੇ ਜਿਹੜੇ ਜੀ ਸਾਨੂੰ ਪੈਸੇ ਬਚਣਗੇ ਜੀ ਅਸੀਂ ਗਰੀਬਾਂ ਦੇ ਵਿਆਹ ਕਰਾਂਗੇ ਜੀ, ਜਿਹੜੇ ਸਾਨੂੰ ਪੈਸੇ ਬਚਣਗੇ ਜੀ ਅਸੀਂ ਉੱਥੇ ਲਾਵਾਂਗੇ ਜੀ, ਅਸੀਂ ਗਊਸ਼ਾਲਾ 'ਤੇ ਲਾਵਾਂਗੇ। ਉਹ ਭਲਿਓ ਪੁਰਖੋ, ਜਿਨ੍ਹਾਂ ਨੇ ਤੁਹਾਨੂੰ ਪੈਸੇ ਦਿੱਤੇ ਆ, ਕਿਸੇ ਨੇ ਤੁਹਾਨੂੰ ਗਊਸ਼ਾਲਾ ਲਈ ਪੈਸੇ ਨਹੀਂ ਦਿੱਤੇ, ਕਿਸੇ ਨੇ ਤੁਹਾਨੂੰ ਵਿਆਹ ਕਰਵਾਉਣ ਦੇ ਲਈ ਪੈਸੇ ਨਹੀਂ ਦਿੱਤੇ। ਤੁਹਾਨੂੰ ਪੈਸੇ ਅਗਲੇ ਨੇ ਇੱਕ ਲਾਲਚ ਦੇ ਲਈ ਦਿੱਤੇ, ਕੀ ਪਤਾ ਯਾਰ ਮੈਨੂੰ ਨਿਕਲ ਜੇ, ਕੀ ਪਤਾ ਮੈਨੂੰ ਨਿਕਲ ਜੇ। ਜੇ ਤੁਸੀਂ ਤੁਹਾਨੂੰ ਨਹੀਂ ਸ਼ੌਂਕ ਆ ਸਮਾਜ ਸੇਵੀ ਦਾ, ਤਾਂ ਫਿਰ ਸਮਾਜ ਸੇਵਾ ਦੇ ਤੌਰ ਤੇ ਪੈਸੇ ਇਕੱਠੇ ਕਰ ਲਓ ਯਾਰ। ਗਰੀਬ ਧੀਆਂ ਦੇ ਵਿਆਹ ਕਰਨੇ ਆ, ਕੋਈ ਮਾੜੀ ਗੱਲ ਨਹੀਂ, ਕਰਨੇ ਆ, ਤੁਸੀਂ ਉਸ ਨਾਮ ਤੇ ਪੈਸਾ ਇਕੱਠਾ ਕਰੋ। ਗਊਸ਼ਾਲਾ ਦੇ ਵਿੱਚ ਪੈਸੇ ਲਾਉਣੇ ਆ, ਤੁਸੀਂ ਉਸ ਨਾਮ ਤੇ ਲਾਓ। ਇਹ ਚੀਜ਼ਾਂ ਚੱਲ ਪਈਆਂ। ਵੱਡੀ ਗੱਲ ਇਹਦੇ ਵਿੱਚ ਹੁਣ ਮੇਨ ਜ਼ਿੰਮੇਦਾਰ ਕੌਣ ਨੇ? ਜ਼ਿੰਮੇਦਾਰ ਦੇਖੋ ਲੱਕੀ ਡਰਾ ਵਾਲੇ ਤਾਂ ਸੁਭਾਵਿਕ ਤੌਰ ਤੇ 100% ਜ਼ਿੰਮੇਦਾਰ ਨੇ। ਉਸ ਤੋਂ ਅਗਲੀ ਜ਼ਿੰਮੇਵਾਰੀ ਜਿਹੜੀ ਆਉਂਦੀ ਹੈ ਨਾ, ਉਹ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਪੇਜ ਚੱਲਦੇ ਨੇ ਨਾ ਛੋਟੇ ਛੋਟੇ, ਉਹਨਾਂ ਦੀ ਆਉਂਦੀ ਆ। ਪੇਜ ਖੋਲ੍ਹ ਕੇ ਉਸ ਤੋਂ ਬਾਅਦ ਬੰਦਾ ਜਾਂਦਾ ਆ ਜੀ, ਆ ਜਾਓ ਜੀ ਤੁਹਾਨੂੰ 299 'ਚ ਬੁਲਟ ਦਵਾਈਏ, ਆ ਜਾਓ ਜੀ ਤੁਹਾਨੂੰ 99 'ਚ ਆਹ ਦਵਾਈਏ, 300 'ਚ ਆਹ ਦਵਾਈਏ, 400 'ਚ ਆਹ ਦਵਾਈਏ। ਮਤਲਬ ਮੇਨ ਜ਼ਿੰਮੇਦਾਰ ਉਹ ਨੇ। ਕਿਉਂਕਿ ਦੇਖੋ ਜੇਕਰ ਇੱਕ ਕਿਸੇ ਇਲਾਕੇ ਦੇ ਲੋਕਾਂ ਨੇ ਲੱਕੀ ਡਰਾ ਕੱਢਿਆ ਆ ਤਾਂ ਉੱਥੋਂ ਤੱਕ ਸੀਮਤ ਰਹੂਗਾ। 200 ਲੋਕਾਂ ਤੱਕ, 1000 ਲੋਕਾਂ ਤੱਕ, ਕੋਈ ਵੱਡਾ ਪਿੰਡ ਆ 6000 ਤੱਕ, ਨੇੜੇ ਤੇੜੇ ਪਤਾ ਲੱਗੇ 5-4000 ਲੋਕਾਂ ਤੱਕ, 10000 ਤੱਕ ਸੀਮਤ ਰਹੂਗਾ। ਪਰ ਜਦੋਂ ਪੇਜਾਂ ਵਾਲੇ ਉਹਨਾਂ ਨੂੰ ਪ੍ਰਮੋਟ ਕਰਦੇ ਨੇ, ਇੱਕ ਜਾਂਦਾ ਆ, ਦੂਜਾ ਜਾਂਦਾ ਆ, ਤੀਜਾ ਜਾਂਦਾ ਆ, ਚੌਥਾ ਜਾਂਦਾ, ਜਦੋਂ ਪੇਜਾਂ ਵਾਲੇ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਤਾਂ ਉਹ ਹੋਰ ਉੱਪਰ ਤੱਕ ਪਹੁੰਚ ਜਾਂਦੇ ਨੇ। ਹੁਣ ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ, ਉਹ ਕਹਿੰਦੇ ਆ ਜੀ ਅਸੀਂ ਕਮਾਉਣ ਦੇ ਲਈ ਨਹੀਂ ਬੈਠੇ, ਅਸੀਂ ਕਿਸੇ ਦੀ ਕਿਸਮਤ ਅਜਮਾਉਣੀ ਆ। ਜਿਹੜੇ ਪੇਜਾਂ ਵਾਲੇ ਜਾਂਦੇ ਆ ਗੌਰਵ, ਉਹ ਫ੍ਰੀ ਨਹੀਂ ਜਾਂਦੇ, ਉਹ ਪੈਸੇ ਲੈਂਦੇ ਆ। ਕਿਸੇ ਦੀ 5000 ਤੋਂ ਹੋ ਸਕਦਾ ਸ਼ੁਰੂ ਹੁੰਦੇ, ਹੁਣ 10000, 15000, 20000। ਇੱਕ ਪੇਜ ਨੂੰ ਤੁਸੀਂ 10000 ਦਿੱਤਾ, 4 ਪੇਜ ਆਏ 40000 ਦਿੱਤਾ, ਠੀਕ ਹੈ। ਤੁਸੀਂ ਸਮਾਜ ਸੇਵਾ ਚਲੋ ਮੰਨ ਲਈ ਇੱਕ ਪਾਸੇ ਤੁਸੀਂ ਸਮਾਜ ਸੇਵਾ ਕਰ ਰਹੇ ਹੋ, ਕਿਸੇ ਦੇ ਘਰ ਦੇ ਵਿੱਚ ਬੁਲਟ ਖੜਾ ਰਹੇ ਹੋ, ਥਾਰ ਖੜਾ ਰਹੇ ਹੋ। ਇਹ ਜੀ ਸਮਾਜ ਸੇਵਾ ਕਿਹੜੀ ਆ ਕਿ ਤੁਸੀਂ ਪੇਜਾਂ ਨੂੰ ਪੈਸੇ ਦੇ ਕੇ ਇੱਦਾਂ ਹੀ ਸਮਾਜ ਸੇਵਾ ਕਰਦੇ ਹੋ? ਸੁਭਾਵਿਕ ਤੌਰ ਤੇ ਹੈਗਾ, ਆਪਦੀ ਜੇਬ ਦੇ ਵਿੱਚ ਤਾਂ ਤੁਸੀਂ ਦਿਓਗੇ ਨਹੀਂ। ਤੁਹਾਨੂੰ ਪਤਾ ਪਹਿਲਾਂ ਆਈਡੀਆ ਲਾਇਆ ਹੁੰਦਾ ਗਾ ਕਿ ਇੰਨੇ ਕੁ ਰੁਪਈਏ ਸਾਨੂੰ ਇਕੱਠੇ ਹੋ ਜਾਣਗੇ, ਇੰਨੇ ਕੁ ਦੇ ਆਪਾਂ ਨਾਮ ਕੱਢ ਦਈਏ, ਦੂਜੇ ਜਿਹੜੇ ਹੈਗੇ ਆ ਉਹ ਆਪਣੀ ਜੇਬ ਦੇ ਵਿੱਚ ਜਾਣਗੇ, ਥੋੜ੍ਹੇ ਟਾਈਮ ਬਾਅਦ ਅਗਲਾ ਨਾਮ ਕੱਢ ਲਾਂਗੇ। ਅੱਜ ਕੱਲ੍ਹ ਛੋਟੀਆਂ ਛੋਟੀਆਂ ਦੁਕਾਨਾਂ ਵਾਲੇ, ਕੋਈ ਮਿਸਤਰੀ ਦਾ ਕੰਮ ਕਰਦਾ, ਕੋਈ ਸ਼ਾਇਦ ਕੱਪੜੇ ਦਾ ਕੰਮ ਕਰਦਾ, ਕੋਈ ਕਿਸ ਤਰ੍ਹਾਂ ਦਾ ਕੰਮ ਕਰਦਾ, ਅਤੇ ਉਹਦੀ ਦੁਕਾਨ ਦੇ ਮੂਹਰੇ ਖੜੀਆਂ ਕਰ ਦਿੰਦੇ ਆ, 4 ਗੱਡੀਆਂ ਖੜੀਆਂ ਕਰ ਦਿੰਦੇ, 2-4 ਮੋਟਰਸਾਈਕਲ ਖੜੇ ਕਰ ਦਿੰਦੇ ਆ ਕਿ ਭਈ ਆਹ ਦੇਖੋ ਜੀ ਅਸੀਂ ਦੇਵਾਂਗੇ, ਦੇਵਾਂਗੇ। ਮਤਲਬ ਕੁੱਲ ਮਿਲਾ ਕੇ ਨਾ ਇਹ ਧੰਦਾ ਬੜਾ ਵੱਡਾ ਚੱਲ ਰਿਹਾ ਯਾਰ, ਫਰਾਡ ਚੱਲ ਰਿਹਾ। ਸਾਡੇ ਲੋਕ ਵੀ ਮੁੱਖ ਜ਼ਿੰਮੇਵਾਰ ਆ, ਜਿਹੜੇ ਇਹ ਨਹੀਂ ਦੇਖਦੇ ਪਰਖਦੇ ਕਿ ਇਹਨਾਂ ਦੇ ਪੱਲੇ ਕੀ ਆ, ਜਿਹੜੇ ਇਹ ਨਹੀਂ ਦੇਖਦੇ ਪਰਖਦੇ ਕਿ ਇਹ ਕਾਨੂੰਨੀ ਤੌਰ 'ਤੇ ਸਹੀ ਆ, ਕਿ ਵਾਕਿਆ ਦੇ ਵਿੱਚ ਇਹ ਲੀਗਲ ਆ। ਜੇਕਰ ਲੀਗਲ ਦੇਖਣਾ ਹੋਵੇ ਨਾ, ਮਤਲਬ ਇੱਥੇ ਇੱਕ ਗੱਲ ਦੱਸ ਦਈਏ ਕਿ ਇਹਦੀ ਵੈਬਸਾਈਟ ਆ ਬਕਾਇਦਾ। ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ, ਤੁਸੀਂ ਲੋਟਰੀ ਪੰਜਾਬ ਭਰੋਗੇ ਨਾ, ਵੈਬਸਾਈਟ ਦੇ ਉੱਪਰ ਜਾ ਕੇ ਤੁਹਾਨੂੰ ਲਿਸਟ ਮਿਲ ਜਾਣੀ ਆ ਕਿ ਆਥੋਰਾਈਜ਼ਡ ਕਿਹੜੇ ਨੇ। ਗਵਰਨਮੈਂਟ ਆਫ ਪੰਜਾਬ ਨੇ ਕਿਹਨਾਂ ਨੂੰ ਅਥਾਰਟੀ ਦਿੱਤੀ ਹੋਈ ਆ ਕਿ ਭਾਈ ਤੁਸੀਂ ਜਿਹੜੀਆਂ ਟਿਕਟਾਂ ਨੇ, ਚਲੋ ਠੀਕ ਆ ਤੁਸੀਂ ਵੇਚ ਸਕਦੇ ਹੋ, ਠੀਕ ਹੈ। ਪਰ ਇਹ ਤਾਂ ਨਿਰਾਪੁਰਾ ਹੀ ਧੰਦਾ ਚੱਲ ਪਿਆ। ਇਹ ਤਾਂ ਅੱਜ ਕੱਲ੍ਹ ਦੇਖੋ, ਹੁਣ ਆਪਾਂ ਕਈ ਕਹਿੰਦੇ ਅਸੀਂ ਪੈਸਾ ਨਹੀਂ ਕਮਾ ਰਹੇ। ਜੇ ਪੈਸਾ ਨਹੀਂ ਕਮਾ ਰਹੇ ਤੁਸੀਂ, ਜੇ ਨਾ 5-4 ਕੋਈ ਮੈਨੂੰ ਲੱਗਦਾ ਚੁਣਿੰਦਾ 10 ਕੁ ਪੇਜ ਹੋਣਗੇ, ਮੈਕਸੀਮਮ 10 ਕੁ ਪੇਜ ਹੋਣਗੇ, ਉਹਨਾਂ ਦੀ ਲਿਸਟ ਖੋਲ੍ਹ ਲਓ ਨਾ, ਤਾਂ ਉਹਨਾਂ 'ਤੇ ਤੁਹਾਨੂੰ ਮੈਨੂੰ ਲੱਗਦਾ ਇੱਕ ਦਿਨ ਦੀਆਂ 5-5 ਵੀਡੀਓ ਮਿਲਣਗੀਆਂ ਕਿ ਕਈਆਂ ਦੀਆਂ ਦੁਬਾਰੇ ਵੀ ਕੀਤੀਆਂ ਪਈਆਂ। ਇੱਕ ਗੱਲ ਹੋਰ ਆ, ਅੱਜ ਇਹਨਾਂ ਨੇ ਡਰਾਅ ਸ਼ੁਰੂ ਕੀਤਾ। ਡਰਾਅ ਦੀ ਡੇਟ ਪਤਾ ਕੀ ਰੱਖਦੇ ਆ? 2 ਮਹੀਨੇ, 3 ਮਹੀਨੇ, 4 ਮਹੀਨੇ ਬਾਅਦ ਦੀ, ਹੈ ਨਾ। ਕੋਈ ਕਹਿੰਦੇ ਜੀ ਅਸੀਂ ਤਾਂ ਲੋਹੜੀ ਬੰਪਰ ਰੱਖ ਰਹੇ ਹਾਂ ਜੀ, ਕੋਈ ਕਹਿੰਦੇ ਜੀ ਅਸੀਂ ਤਾਂ ਦੀਵਾਲੀ ਬੰਪਰ ਰੱਖਿਆ ਹੋਇਆ ਸੀ। ਬਹੁਤ ਦੂਰ ਦੀ ਰੱਖਦੇ ਆ, ਕਿਉਂ? ਇਹਨੂੰ ਪਤਾ ਹੁੰਦਾ, ਇਹ ਆਈਡੀਆ ਜਿਹਾ ਲਾ ਲੈਂਦੇ ਵੀ ਇੱਕ ਦਿਨ ਦੇ ਵਿੱਚ 5 ਕੁ ਜਾਣਿਆਂ ਨੂੰ ਵੀ ਜੇਕਰ ਟਿਕਟਾਂ ਵੰਡੀਆਂ ਗਈਆਂ, 5 ਕੁ ਜਾਣੇ ਵੀ ਇੱਕ ਜੇਕਰ ਸਾਡੇ ਝਾਂਸੇ ਦੇ ਵਿੱਚ ਆ ਗਏ ਤਾਂ ਰੁਪਈਆ ਇੰਨਾ ਇਕੱਠਾ ਹੋ ਜਾਊਗਾ। ਤਾਂ ਕੁੱਲ ਮਿਲਾ ਕੇ ਜੇਕਰ ਨਾ ਇਹ ਸਿੱਧਾ ਨਾ ਫਰਾਡ ਚੱਲ ਰਿਹਾ। ਭੱਜ ਵੀ ਗਏ, ਇਹ ਨਹੀਂ ਹੈਗਾ ਕਿ ਸਾਰਿਆਂ ਨੇ ਦਿੱਤੇ ਆ, ਬਹੁਤੇ ਭੱਜ ਵੀ ਗਏ ਨੇ। 1-2 ਦੀਆਂ ਨਾ ਸਾਡੇ ਕੋਲ ਉਹ ਫੋਟੋਜ਼ ਭੇਜੀਆਂ ਸੀ, ਕਿੰਨੇ ਸਕਰੀਨਸ਼ਾਟ ਭੇਜੇ ਕਿ ਬਈ ਇੱਕ ਆਹ ਭੱਜ ਗਿਆ। ਇੱਕ ਇੱਥੇ ਥਾਰ ਵਾਲੇ ਦੀ ਬੜੀ ਗੱਲ ਜੀ ਚੱਲੀ ਜਾਂਦੀ ਹੈ, ਕੋਈ ਥਾਰ ਥੂਰ ਵਾਲਾ ਸੀ, ਕਹਿੰਦੇ ਉਹਦੀ ਬਈ ਉਹਨੇ ਆਪ ਹੀ ਆਪਸ 'ਚ ਕੱਢ ਲਿਆ, ਪਰਚੀਆਂ ਜੀਆਂ ਕਰਕੇ ਆਪਦੇ 'ਚ ਕੱਢ ਕੇ ਇੱਕ ਥਾਰ ਸੀ, ਥਾਰ ਆਪਦੇ 'ਚ ਕੱਢ ਲਈ। ਦੇਖੋ ਹੁਣ ਕਿੰਨੇ ਰੁਪਏ ਜਿਹੜੇ ਹੈਗੇ ਆ ਬਟੋਰ ਲਏ।
ਪਿੱਛੇ ਜੇ ਇੱਕ ਮੈਨੂੰ ਫੋਨ ਆਉਂਦਾ ਆ, ਉਹ ਦੱਸਦੇ ਨੇ, ਕਹਿੰਦੇ ਬਾਈ ਮੇਰੀ ਗੱਲ ਹੋਈ ਇਹਨਾਂ ਦੇ ਨਾਲ ਥੋੜ੍ਹਾ ਟਾਈਮ ਪਹਿਲਾਂ ਲੱਕੀ ਡਰਾਅ ਕੱਢਿਆ, ਉਹਨਾਂ ਨੇ ਤਕਰੀਬਨ 60-70 ਲੱਖ ਰੁਪਈਆ ਕਮਾ ਲਿਆ ਬਾਈ। 60-70 ਲੱਖ ਰੁਪਈਆ ਮਹਿਜ਼ 1.5-2 ਮਹੀਨੇ ਦੇ ਵਿੱਚ। ਫਿਰ ਇਦੋਂ ਚੰਗਾ ਰੁਜ਼ਗਾਰ ਕੀ ਹੋਊਗਾ ਯਾਰ। ਤੁਸੀਂ ਤਾਂ ਫਿਰ ਕਹਿੰਦੇ ਆ ਨਾ, ਬਹੁਤੇ ਕਈ ਵਾਰ ਕਮੈਂਟ ਆਉਂਦੇ ਹੈਗੇ, ਇੱਕ ਪੋਸਟ ਪਾਈ ਸੀ ਉਹ ਥੱਲੇ ਕਮੈਂਟ ਆਉਂਦੇ ਕਿ ਬਾਈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ। ਜੇ ਬੇਰੁਜ਼ਗਾਰੀ ਆ ਫਿਰ ਤੁਸੀਂ ਲੋਕਾਂ ਨੂੰ ਲੁੱਟਣਾ ਯਾਰ, ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨੇ ਆ ਯਾਰ। ਸ਼ਾਇਦ ਇਹਨਾਂ ਨੂੰ 200 ਰੁਪਇਆ ਬਹੁਤਾ ਨਾ ਲੱਗਦਾ ਹੋਵੇ, ਸ਼ਾਇਦ ਇਹਨਾਂ ਨੂੰ 300 ਰੁਪਇਆ ਬਹੁਤਾ ਨਾ ਲੱਗਦਾ ਹੋਵੇ, ਸ਼ਾਇਦ ਇਹਨੂੰ 500 ਰੁਪਇਆ ਬਹੁਤਾ ਨਾ ਲੱਗਦਾ ਹੋਵੇ, ਪਰ ਜਿਹਦੀ ਇੱਕ ਦਿਨ ਦੀ ਦਿਹਾੜੀ 500 ਰੁਪਇਆ ਨਾ, ਇੱਕ ਦਿਨ ਦੀ ਦਿਹਾੜੀ 300 ਰੁਪਇਆ ਨਾ, 200 ਰੁਪਇਆ ਨਾ, ਉਹਨੂੰ ਜਾ ਕੇ 200 ਰੁਪਏ ਦਾ ਮੁੱਲ ਪੁੱਛ ਕੇ ਦੇਖੋ ਕਿ ਯਾਰ 200 ਰੁਪਏ ਨਾਲ ਉਹਦਾ ਘਰ ਚੱਲਦਾ ਆ। ਤੁਸੀਂ ਮਿੰਟ ਦੇ ਵਿੱਚ ਲੈ ਕੇ ਆਪਦੀ ਜੇਬ ਦੇ ਵਿੱਚ ਪਾ ਲਓ। ਇੱਕ ਹੋਰ ਵੀ ਗੱਲ ਆ, ਬਹੁਤੇ ਲੋਕ ਕਿਸਮਤ ਅਜਮਾਉਣ ਦੇ ਮਾਰੇ ਇਹ ਨਹੀਂ ਵੀ ਇੱਕ ਬੰਦਾ ਇੱਕ ਟਿਕਟ ਹੀ ਪਾਉਂਦਾ, ਬਹੁਤੇ ਇਦਾਂ ਦੇ ਹੁੰਦੇ ਨੇ ਵੀ ਜਿਹੜੇ 10-10 ਟਿਕਟਾਂ ਪਾਉਂਦੇ ਨੇ, 20-20 ਟਿਕਟਾਂ ਪਾਉਂਦੇ ਨੇ। ਕੋਈ ਗੱਲ ਨਹੀਂ ਯਾਰ, ਅਸੀਂ ਕਿਸਮਤ ਆਪਦੀਆਂ ਇਹਨਾਂ ਟਿਕਟਾਂ ਦੇ ਵਿੱਚੋਂ ਅਜਮਾ ਲਈ, ਇੱਕ ਅੱਧੀ ਟਿਕਟ ਤਾਂ ਆਊਗੀ, ਪਰ ਨਹੀਂ ਚੱਲਦਾ। ਬਹੁਤ ਵੱਡਾ ਜਿਹੜਾ ਬਹੁਤ ਵੱਡੇ ਪੱਧਰ 'ਤੇ ਚੱਲ ਰਿਹਾ। ਅਸੀਂ ਤਾਂ ਕਿਉਂਕਿ ਸਾਡਾ ਮਕਸਦ ਇਹ ਆ ਕਿ ਯਾਰ ਲੋਕਾਂ ਨੂੰ ਅਗਰਾਹ ਕੀਤਾ ਜਾਵੇ, ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਭਾਈ ਇਹਨਾਂ ਤੋਂ ਬਚਣ ਦੀ ਜ਼ਰੂਰਤ ਆ। ਇੱਕ ਗੱਲ ਹੋਰ ਵੀ ਆ, ਸ਼ਾਇਦ ਨਾ ਪ੍ਰਸ਼ਾਸਨ ਵੀ ਅੱਖਾਂ ਮੀਚੀ ਬੈਠਾ ਆ ਇਸ ਸਭ ਚੀਜ਼ ਦੇ ਇੰਨੀਆਂ। ਹਾਂਜੀ, ਪ੍ਰਸ਼ਾਸਨ ਦੀ ਹੀ ਗੱਲ ਮੈਂ ਕਰਨ ਲੱਗਿਆ ਸੀ। ਤੁਸੀਂ ਸੋਸ਼ਲ ਮੀਡੀਆ ਦਾ ਚਲੋ ਦੱਸਿਆ ਪੇਜ, ਇੱਕ ਪਿੱਛੇ ਜੇ ਵੀਡੀਓ ਸ਼ਾਇਦ ਵਾਇਰਲ ਹੋਈ ਸੀ, ਤੁਸੀਂ ਦੇਖੀ ਵੀ ਹੋਵੇ, ਇੱਕ ਮੁੰਡਾ ਨਸ਼ੇ ਵੇਚਦਾ ਫੜਿਆ ਗਿਆ, ਪੁਲਿਸ ਮੁਲਾਜ਼ਮ ਆ ਕੇ ਕਹਿੰਦਾ ਤੂੰ ਕਿੱਥੋਂ ਵੇਚਦਾ ਓਏ, ਕੀ ਆ, ਕਹਿੰਦਾ ਤੁਹਾਨੂੰ ਪਤਾ ਹੀ ਹੈ ਜੀ। ਮੇਰੇ ਕਹਿਣ ਦਾ ਭਾਵ ਕਿ ਪ੍ਰਸ਼ਾਸਨ ਕੋਲ ਐਡੀ ਇੰਟੈਲੀਜੈਂਸ ਹੈ, ਸਾਰੀ ਕੰਪਨੀਆਂ ਵੀ ਜਿਹੜਾ ਚੱਲ ਰਿਹਾ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਲੋਕਾਂ ਦੀ ਜਿਹੜੀ ਤੁਸੀਂ ਲੁੱਟ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਜਿਵੇਂ ਪੇਜਸ ਵਾਲੇ ਜ਼ਿੰਮੇਦਾਰ ਹੈ, ਪ੍ਰਸ਼ਾਸਨ ਕਿਵੇਂ ਅੱਖਾਂ ਮੀਚੀ ਬੈਠਾ ਹੈ, ਕਿ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਸਾਰੇ ਮਤਲਬ ਇੱਕ ਤਰਫ ਨਾਲ ਮੰਨਣਾ ਹੀ ਪਊਗਾ ਯਾਰ ਕਿ ਜੇਕਰ ਇੰਨੇ ਵੱਡੇ ਤਾਦਾਦ 'ਤੇ ਇਹ ਚੀਜ਼ਾਂ ਚੱਲ ਰਹੀਆਂ ਨੇ, ਜਦੋਂ ਤੁਸੀਂ ਲੀਗੈਲਿਟੀ ਪੜ੍ਹੋਗੇ ਨਾ ਕਿ ਲੀਗੈਲਿਟੀ ਕੀ ਕਹਿੰਦੀ ਹੈ। ਲੀਗੈਲਿਟੀ ਤਾਂ ਇਹ ਕਹਿੰਦੀ ਹੈ ਕਿ ਤੁਸੀਂ ਇਹ ਖੋਲ੍ਹ ਹੀ ਨਹੀਂ ਸਕਦੇ। ਜਦੋਂ ਸਾਡਾ ਕਾਨੂੰਨ ਸਾਨੂੰ ਇਹ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦਾ, ਪ੍ਰਾਈਵੇਟ ਜਿਹੜੇ ਲੱਕੀ ਡਰਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦਾ, ਫਿਰ ਕਿੱਥੋਂ ਆ ਗਏ ਬਈ? ਇਹਨਾਂ ਨੇ ਕਿਉਂ ਖੋਲ੍ਹ ਲਏ? ਇਹ ਕਿਉਂ ਚਲਾ ਰਹੇ ਆ? ਘਰ ਦੇ ਵਿੱਚ ਕਿਉਂ ਚਲਾ ਰਹੇ ਆ? ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ, ਫਿਰ ਕੀ ਕਰਨਗੇ? ਹੁਣ ਪੇਜਾਂ ਵਾਲੇ ਨੇ ਇੱਕ ਹੋਰ ਨਵਾਂ ਕੰਮ ਤੋਰ ਲਿਆ। ਹੁਣ ਪੇਜਾਂ ਵਾਲੇ ਨਾ ਉਹ ਅਸਟਾਮ ਲੈਣ ਲੱਗ ਗਏ ਅਸਟਾਮ ਲੈਣ ਲੱਗ ਗਏ ਕਿ ਭਾਈ ਆਹ ਦੇਖੋ ਜੀ, ਇਹਦੀ ਪੱਕੀ ਗਰੰਟੀ ਆ, ਜੇ ਸਟਾਮ ਖੋਲ੍ਹ ਲੈਂਦੇ, ਆਹ ਦੇਖੋ ਜੀ ਪੱਕੀ ਗਰੰਟੀ ਆ ਜੀ, ਅਸਟਾਮ ਲਿਆ ਵਿਆ ਜੀ, ਹੁਣ ਇਹ ਨਹੀਂ ਭੱਜਦਾ ਜੀ। ਕੋਈ ਕਹਿ ਦੂ ਜੀ ਇਹ ਮੇਰੇ ਮਾਸੀ ਦੇ ਮੁੰਡੇ ਆ ਜੀ, ਮਾਸੀ ਦੇ ਮੁੰਡਿਆਂ ਨੇ ਪਾਇਆ ਜੀ, ਇਹ ਨਹੀਂ ਭੱਜਦਾ ਜੀ। ਯਾਰ ਅਸਟਾਮ ਮਤਲਬ ਤੁਸੀਂ ਅਸਟਾਮਾਂ ਦੇ ਨਾਲ ਤੁਸੀਂ ਫਿਰ ਉਹੀ ਆ ਕੀ ਗੱਲ ਬਈ ਆਪਦੇ ਜਾਲ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਸਾਉਣਾ ਚਾਹੁੰਦੇ ਹੋ ਬਈ ਨਹੀਂ ਭੱਜਦੇ ਜੀ। ਭੱਜਦੇ ਨਹੀਂ, ਉਹ ਤਾਂ ਗੱਲ ਚਲੋ ਠੀਕ ਆ ਤੁਹਾਡੀ ਮੰਨ ਲਈ, ਪਰ ਯਾਰ ਪੈਸਾ ਜਾ ਕਿੱਥੇ ਰਿਹਾ? ਇੰਨਾ ਪੈਸਾ ਜਿਹੜਾ ਉਹ ਇਹਨਾਂ ਨੂੰ ਇਕੱਠਾ ਹੋਈ ਜਾਂਦਾ, ਉਹ ਜਾਈ ਕਿੱਥੇ ਜਾਂਦਾ ਗਾ? ਕਿਸੇ ਨੇ 40 ਕਮਾ ਲਿਆ, ਕਿਸੇ ਨੇ 50 ਕਮਾ ਲਿਆ, ਤਾਂ ਫਿਰ ਧਾਂਦਲੀ ਆ ਯਾਰ। ਨਵਾਂ ਧੰਦਾ ਇੱਕ ਜਿਵੇਂ ਵੇਖੋ, ਕੁੱਲ ਮਿਲਾ ਕੇ ਸਾਰੀਆਂ ਗੱਲਾਂ ਪਾਸੇ ਛੱਡ ਦੀ, ਇੱਕ ਨਵਾਂ ਧੰਦਾ ਸ਼ੁਰੂ ਹੋਇਆ ਕਿ ਸ਼ਾਇਦ ਅੱਜ ਤੱਕ ਇਹ ਹਨੇਰੇ ਦੇ ਵਿੱਚ ਬੈਠੇ ਸੀ, ਅੱਜ ਤੱਕ ਸ਼ਾਇਦ ਇਹਨਾਂ ਦੀ ਅੱਖਾਂ ਦੇ ਉੱਪਰ ਪੱਟੀ ਸੀ, ਪਿੱਛੇ ਬੈਠੇ ਸੀ। ਨਵਾਂ ਇੱਕ ਧੰਦਾ ਸ਼ੁਰੂ ਹੋਇਆ। ਸਾਡੇ ਪੰਜਾਬ ਦੇ ਲੋਕ ਇਸ ਧੰਦੇ ਦੇ ਵਿੱਚ ਫਸ ਰਹੇ ਆ। ਸ਼ਾਇਦ ਇਕੱਲੇ ਪੰਜਾਬ ਦੇ ਨਹੀਂ, ਹੋਰ ਵੀ ਆਸੇ-ਪਾਸੇ ਦੇ ਸੂਬਿਆਂ ਦੇ ਸ਼ਾਇਦ ਫਸ ਰਹੇ ਹੋਣਗੇ, ਕਿਉਂਕਿ ਹੋਰ ਜਿਨ੍ਹਾਂ ਸੂਬਿਆਂ ਦੇ ਵਿੱਚ ਇਹ ਬੈਨ ਆ 15 ਦੇ ਵਿੱਚ, ਸ਼ਾਇਦ ਉਹਨਾਂ ਦੇ ਲੋਕ ਵੀ ਇੱਧਰ ਫਸ ਰਹੇ ਹੋਣਗੇ। ਦੂਜੀ ਗੱਲ ਇੱਕ ਹੋਰ ਆ, ਜੇ ਤੁਸੀਂ ਲੀਗੈਲਿਟੀ ਪੜ੍ਹੋਗੇ ਤਾਂ ਜਦੋਂ ਤੁਸੀਂ ਕੋਈ ਲੋਟਰੀ ਪਾਉਣੇ ਹੋ, ਕੋਈ ਲੱਕੀ ਡਰਾ ਪਾਉਣੇ ਹੋ, ਜੋ ਵੀ ਪਾਉਣੇ ਹੋ, ਉਹ ਕਹਿੰਦੇ ਆ ਕਿ ਇਹਨਾਂ ਨੂੰ ਜਿਹੜੀ ਟਿਕਟ ਹੁੰਦੀ ਆ ਨਾ, ਉਹ ਤੁਹਾਨੂੰ ਦੇਣੀ ਲਾਜ਼ਮੀ ਹੁੰਦੀ ਆ, ਪਰ ਇਹਨਾਂ ਦਾ ਗੂਗਲ ਪੇ ਨੰਬਰ ਦਿੱਤਾ ਹੁੰਦਾ ਵੀ ਤੁਸੀਂ ਸਾਡੇ ਗੂਗਲ ਪੇ 'ਚ ਪਾਈ ਚੱਲੋ ਜੀ, ਤੁਸੀਂ ਇੱਧਰ ਪਾਈ ਚੱਲੋ ਜੀ, ਤੁਸੀਂ ਐਂ ਕਰੀ ਚੱਲੋ ਜੀ, ਤੁਸੀਂ ਆਹ ਕਰੀ ਚੱਲੋ, ਸਾਡੇ ਕੋਲ ਪੈਸੇ ਇਕੱਠੇ ਹੋਈ ਜਾਣਗੇ, ਅਖੀਰ 'ਤੇ ਅਸੀਂ ਕੱਢ ਲਾਂਗੇ। ਕੋਈ ਕਹਿੰਦਾ ਜੀ ਅਸੀਂ ਲਾਈਵ ਦੇ ਨਾਲ ਕੱਢਾਂਗੇ, ਕੋਈ ਕਹਿੰਦਾ ਅਸੀਂ ਕਿਵੇਂ, ਉਹ ਵੀ ਇਹ ਸਕੀਮ ਜੀ ਖੇਡਦੇ ਆ। ਪਹਿਲਾਂ ਸ਼ਾਇਦ ਕਹਿੰਦੇ ਕਿ ਅਸੀਂ ਲਾਈਵ ਦੇ ਨਾਲ ਕੱਢਾਂਗੇ, ਜਦੋਂ ਇਹਨਾਂ ਨੂੰ ਅਖੀਰ 'ਤੇ ਪਤਾ ਲੱਗਦਾ ਕਿ ਯਾਰ ਇੰਨੇ ਕੁ ਹਜ਼ਾਰ ਪਰਚੀ ਆਈ ਹੈ, 10,000 ਆਈ ਆ, 15,000 ਆਈ ਆ, ਅਤੇ ਸ਼ਾਇਦ ਸਾਨੂੰ ਕੁਝ ਬਚੇ ਕਿ ਨਾ ਬਚੇ, ਫਿਰ ਚੱਕ ਕੇ ਆਪਦਿਆਂ 'ਚ ਵੀ ਕੱਢ ਦਿੰਦੇ। ਮਤਲਬ ਇਹ ਚੀਜ਼ਾਂ ਨਾ ਕਾਫੀ ਅਸੀਂ ਜਦੋਂ ਇਹਨਾਂ ਨੂੰ ਵਾਚ ਕੀਤਾ, ਕਾਫੀ ਦੇਖਿਆ ਪਰਖਿਆ, ਉਦੋਂ ਬਾਅਦ ਪਤਾ ਲੱਗਿਆ। ਬਹੁਤੇ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਲਓਗੇ ਜੇ, ਬਹੁਤੇ ਲੋਕ ਵੀ ਇਹੀ ਕਹਿੰਦੇ ਨੇ ਕਿ ਬਾਈ ਮਤਲਬ ਭੱਜ ਰਹੇ ਆ ਯਾਰ, ਬਈ ਸਾਡਾ ਆਹ ਨੰਬਰ ਸੀ, ਸਾਡਾ ਨੰਬਰ ਨਹੀਂ ਤਾਂ ਆਪਦਿਆਂ ਦਾ ਕੱਢ ਲਾ, ਇੱਦਾਂ ਕਰ ਲਿਆ, ਉੱਦਾਂ ਕਰ ਲਿਆ। ਤਾਂ ਇਹ ਚੀਜ਼ਾਂ ਕੁੱਲ ਮਿਲਾ ਕੇ ਧਾਂਦਲੀ ਆ, ਧੰਦਾ ਚੱਲ ਰਿਹਾ ਯਾਰ। ਜਸਟ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਵੇਂ ਲੋਕਾਂ ਦਾ ਕਈ ਵਾਰੀ ਗਰੀਬੀ, ਅਨਪੜ੍ਹਤਾ ਵੀ ਝਾਂਸੇ ਦੇ ਵਿੱਚ ਆ ਜਾਂਦੇ ਆ, ਜੇ ਤੁਸੀਂ ਇਹਨੂੰ ਲੋਟਰੀ ਜਾਂ ਡਰਾਅ ਨੂੰ, ਜਿਹੜਾ ਲੱਕੀ ਡਰਾਅ ਦਾ ਧੰਦਾ ਤੁਸੀਂ ਕਹਿ ਰਹੇ ਹੋ, ਆਮ ਲੋਕਾਂ ਨੂੰ ਇਹਦੀ ਪਰਖ ਨਹੀਂ ਆ, ਵੱਖ ਕਿਵੇਂ ਕਰਕੇ ਦੇਖਦੇ ਹੋ? ਲੋਕਾਂ ਨੂੰ ਤੁਸੀਂ ਦੱਸਣਾ ਕਿਵੇਂ ਚਾਹੋਗੇ, ਸੁਚੇਤ ਕਿਵੇਂ ਕਰਦੇ ਹੋ ਕਿ ਲੋਟਰੀ ਅੱਡ ਹੈ? ਮੈਂ ਨਾ ਇੱਕ ਚੀਜ਼ ਹੋਰ ਆ ਇੱਥੇ, ਮੈਂ ਮਤਲਬ ਲੋਟਰੀ ਸ਼ਬਦ ਨਹੀਂ ਯੂਜ਼ ਕਰਨਾ ਚਾਹੂੰਗਾ। ਇਹ ਸਾਰੇ ਨਾ ਲੱਕੀ ਡਰਾ ਦਾ ਧੰਦਾ, ਲੱਕੀ ਡਰਾ ਦੇ ਨਾਮ 'ਤੇ ਵਰਤਿਆ। ਕਿਸੇ ਦੀ ਲੋਟਰੀ ਤੁਸੀਂ ਕਦੇ ਦੇਖੋ ਲੋਟਰੀ ਨਹੀਂ ਪੈਂਦੀ, ਕਿਉਂਕਿ ਲੋਟਰੀ ਜਿਹੜੀ ਹੁੰਦੀ ਆ ਨਾ ਉਹ ਆਥੋਰਾਈਜ਼ਡ ਹੁੰਦੀ ਆ, ਉਹਨਾਂ ਨੂੰ ਮਤਲਬ ਪਰਮਿਸ਼ਨ ਮਿਲੀ ਹੋਈ ਹੁੰਦੀ ਆ, ਉਹ ਲੋਟਰੀ ਜਿਹੜਾ ਹੈਗਾ ਯੂਜ਼ ਕਰਦੇ ਨੇ, ਲਿਖਦੇ ਨੇ ਕਿ ਭਾਈ ਲੋਟਰੀ ਬੇਸਿਕਲੀ ਦੁਕਾਨਾਂ ਹੁੰਦੀਆਂ ਨੇ, ਆਪਾਂ ਦੇਖਿਆ ਹੀ ਆ ਨਾ, ਸਾਡੇ ਮੇਨ ਹੁੰਦੀਆਂ ਨੇ, ਉਹਨਾਂ 'ਤੇ ਹੀ ਮਿਲਦੀ ਹੁੰਦੀ ਹੈ ਟਿਕਟ। ਤਾਂ ਲੋਟਰੀ ਅਤੇ ਲੱਕੀ ਡਰਾ ਦੇਖੋ, ਪਹਿਲੀ ਗੱਲ ਤਾਂ ਜਿਵੇਂ ਕਹਿਣੀ ਹੈ ਕਿ ਵੱਖ
ਕਿਵੇਂ ਕਰ ਸਕਦੇ ਵੱਖ ਤਾਂ ਇਸ ਤਰ੍ਹਾਂ ਦੇ ਨਾਲ ਹੀ ਕੀਤਾ ਜਾ ਸਕਦਾ। ਇਹੀ ਪਹਿਲੂ ਆ ਕਿ ਭਾਈ ਉਹ ਸਰਕਾਰੀ ਹੈ ਗੈਰ ਸਰਕਾਰੀ ਹੈ ਹੈ ਨਾ। ਉਹ ਚਲੋ ਠੀਕ ਆ, ਪੈਸਾ ਆਇਆ ਸਰਕਾਰ ਕੋਲੇ ਜਾਣਾ, ਕਿਸੇ ਕੰਮਾਂ ਤੇ ਲੱਗੂਗਾ, ਕਿਸੇ ਧੰਦੇ ਤੇ ਲੱਗੂਗਾ। ਇਹ ਪੈਸਾ ਆਇਆ ਇੱਕ ਨਿੱਜੀ ਬੰਦੇ ਕੋਲੇ ਜਾਊਗਾ, ਇੱਕ ਕਿਸੇ ਇੱਕ ਪਾਰਟੀਕੂਲਰ ਇਨਸਾਨ ਦੇ ਕੋਲੇ ਜਾਊਗਾ। ਉਹ ਕੀ ਕਰੂਗਾ, ਆਪਦੀਆਂ ਗੱਡੀਆਂ ਲਊਗਾ, ਕੋਠੀਆਂ ਲਊਗਾ। ਹੁਣ ਮੈਂ ਇੱਕ ਗੱਲ ਹੋਰ ਦੱਸ ਦੇਵਾਂ, ਜਿਹੜਾ ਸੋਤੋਂ 500 ਭਰਾ ਰਿਹਾ, 200 ਭਰਾ ਰਿਹਾ, 300 ਭਰਾ ਰਿਹਾ, ਉਹ ਸੋਡੇ ਘਰੇ ਥਾਰ ਖੜੀ ਕਰੇ ਨਾ ਕਰੇ, ਸੋਡੇ ਘਰੇ ਬੁਲਟ ਖੜਾ ਕਰੇ ਨਾ ਕਰੇ, ਪਰ ਉਸ ਮਾਂ ਦੇ ਪੁੱਤ ਦੇ ਘਰੇ ਬੁਲਟ ਤੇ ਥਾਰ ਜ਼ਰੂਰ ਖੜਾ ਹੋਊ। ਇਹ ਤੁਸੀਂ ਦੇਖ ਲਿਓ 2-3 ਮਹੀਨਿਆਂ ਬਾਅਦ ਜਦੋਂ ਉਹਨੇ ਪੈਸੇ ਇਕੱਠੇ ਕਰ ਲਏ, ਉਹਦੇ ਘਰੇ ਜ਼ਰੂਰ ਖੜਾ ਹੋਊ। ਉਹਦੇ ਨਾਲ ਸ਼ਾਇਦ ਉਹਦੀ ਕੋਠੀ ਵੀ ਬਣੀ ਹੋਈ ਹੋ। ਕਿਉਂ? 30-40 ਲੱਖ ਜਿਹੜਾ ਸਿੱਧਾ ਉਹ ਕਮਾ ਰਿਹਾ ਹੈਗਾ। ਹੁਣ ਜੇਕਰ ਆਪਾਂ ਦੇਖੀਏ ਵੀ ਇਹਨੂੰ ਵੱਖ ਤਾਂ ਕਿਵੇਂ ਵੀ ਨਹੀਂ ਕੀਤਾ ਜਾ ਸਕਦਾ। ਵੱਖ ਤਾਂ ਸਿਰਫ ਇਹੀ ਹੈ ਕਿ ਇੱਕ ਸਰਕਾਰੀ ਆ, ਇੱਕ ਸਿਰਫ ਇੱਕ ਨਿੱਜੀ ਆ। ਹਾਂ ਹੈ ਤਾਂ ਉਹ ਵੀ ਕਿਸਮਤ ਅਜਮਾਉਣਾ, ਉਹ ਉਹੀ ਟੈਗ ਲਾਈਨ ਨੂੰ ਲੈ ਕੇ ਇਹ ਚੱਲ ਰਿਹਾ ਕਿ ਤੁਸੀਂ ਇੱਥੇ ਕਿਸਮਤ ਅਜਮਾਓ 299 ਦੇ ਵਿੱਚ, 199 ਦੇ ਵਿੱਚ, 399 ਦੇ ਵਿੱਚ, ਹੈ ਨਾ। ਹਾਲਾਂਕਿ ਬਹੁਤਾ ਇਹ ਵੀ ਮੰਨਦੇ ਆ ਕਿ ਯਾਰ ਤੁਸੀਂ ਲਾਟਰੀਆਂ ਕਹਿੰਦੇ ਆ ਕਿ ਯਾਰ ਲਾਟਰੀਆਂ ਪਾਉਣ ਦਾ ਕੀ ਪਤਾ, ਲਾਟਰੀਆਂ ਨਾ ਪਾਇਆ ਕਰੋ। ਪਰ ਇੱਕ ਚੀਜ਼ ਹੋਰ ਵੀ ਆ ਉਹਨਾਂ ਦੇ ਵਿੱਚ ਨਾ, ਜਿਹੜੀਆਂ ਦੂਸਰੀਆਂ ਲੋਟਰੀਆਂ ਹੁੰਦੀਆਂ ਉਹਨਾਂ ਦੇ ਵਿੱਚ, ਲੋਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ, ਕਹਿੰਦੇ ਇਹ ਚੀਜ਼ ਹੁੰਦੀ ਹੈ ਪੱਖਪਾਤ ਜਾਂ ਨਹੀਂ ਕਿਤੇ ਚੱਲਦਾ ਹੁੰਦਾ ਵੀ ਸ਼ਾਇਦ, ਹੈ ਨਾ, ਸਹੀ ਤੌਰ 'ਤੇ ਗੌਰਮੈਂਟ ਵੱਲੋਂ ਜਿਹੜੀਆਂ ਨਿਕਲਦੀਆਂ ਨੇ। ਇੱਥੇ ਬਹੁਤ ਹੱਦ ਤੱਕ ਇਹੋ ਜਿਹੇ ਕੇਸ ਸਾਹਮਣੇ ਆਏ ਆ ਕਿ ਬੰਦਾ ਮਾਰ ਕੇ ਨਾ ਉਹ ਹੱਥ ਜਾ ਤੇ ਆਪਦੇ ਦਾ ਕਿਤੇ ਕੋਈ ਨਿਸ਼ਾਨ ਜਾਂ ਕੁਝ ਵੀ ਲੱਗਿਆ ਹੋਣਾ ਤਾਂ ਚੱਕ ਕੇ ਆਪਦਾ ਕੱਢ ਲੈਂਦਾ ਕਿ ਲਓ ਜੀ ਹੋ ਗਿਆ। ਹਾਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਜਦੋਂ ਇਹ ਚੀਜ਼ ਹੋਈ ਸੀ ਨਾ, ਮੈਂ ਬਹੁਤੇ ਪੇਜ ਜਿੰਨੇ ਕੁ ਮੇਰੇ ਨਜ਼ਦੀਕੀ ਨੇ, ਆਪਾਂ ਜਿੰਨਾ ਕੁ ਨਾਲ ਰਾਬਤਾ ਕਰ ਸਕਦੇ ਸੀ ਮੈਂ ਕੀਤਾ। ਮੈਂ ਉਹਨਾਂ ਨੂੰ ਕਿਹਾ ਸੀ, ਚੰਗੇ ਚੱਲਦੇ ਆ ਪੇਜ, ਚੰਗੇ ਨਾਮੀ ਨੇ, ਮੈਂ ਉਹਨਾਂ ਨੂੰ ਕਿਹਾ ਕਿ ਬਾਈ ਮਤਲਬ ਕਿਰਪਾ ਕਰਕੇ ਤੁਸੀਂ ਇਹ ਚੀਜ਼ਾਂ ਨਾ ਕਰੋ, ਠੀਕ ਆ। ਤੁਹਾਡਾ 10,000 15,000 ਹੈ ਯਾਰ, ਪਰ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਬੜਾ ਵੱਡਾ ਹੋ ਰਿਹਾ। ਤੁਸੀਂ ਇੱਕ ਇਨਸਾਨ ਦੇ ਲਈ, ਇੱਕ ਇਨਸਾਨ ਪੈਸਾ ਇਕੱਠਾ ਕਰ ਰਿਹਾ, ਇੱਕ ਇਨਸਾਨ ਫਰੋਡ ਕਰ ਰਿਹਾ, ਤੁਸੀਂ ਉਹਦੇ ਵਿੱਚ ਪੂਰਾ ਉਹਦਾ ਸਾਥ ਦੇ ਰਹੇ ਹੋ। ਤਾਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੂੰਗਾ। ਉਹ ਜਿੰਨੇ ਕੁ ਪੇਜਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਕਹਿਤਾ ਸੀ ਕਿ ਬਾਈ ਅਸੀਂ ਅਗਲੀ ਵਾਰੀ ਜਿਹੜਾ ਹੈਗਾ ਨਹੀਂ ਕਰਾਂਗੇ। ਪਰ ਜੇ ਹੁਣ ਇੱਥੇ ਪ੍ਰਸ਼ਾਸਨ ਸ਼ਾਇਦ ਇਹ ਚੀਜ਼ ਸੁਣਦਾ ਹੋਵੇ ਤਾਂ ਮੈਂ ਚਾਹੂੰਗਾ ਕਿ ਜੇਕਰ ਇਹਨਾਂ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਨਾ, ਤਾਂ ਸਭ ਤੋਂ ਪਹਿਲਾਂ ਉਹਨਾਂ ਪੇਜਾਂ ਵਾਲਿਆਂ ਨੂੰ ਫੜੋ, ਜਿਹੜੇ ਪੇਜਾਂ ਵਾਲੇ ਇਹਨਾਂ ਨੂੰ ਪ੍ਰਮੋਟ ਕਰਦੇ ਆ, ਜਿਹੜੇ ਪੇਜਾਂ ਵਾਲੇ ਇਹਨਾਂ ਨੂੰ ਅੱਗੇ ਤੱਕ ਪਹੁੰਚਾਉਂਦੇ ਆ ਕਿ ਆਹ ਦੇਖੋ ਜੀ ਇਹ ਥਾਰ ਆ ਜੀ, ਆਹ ਦੇਖੋ ਜੀ ਇਹ ਆ ਜੀ, ਆਹ ਦੇਖੋ ਜੀ ਬੁਲਟ ਆ ਜੀ, ਪਤਾ ਨਹੀਂ ਕੀ ਚੀਜ਼ਾਂ ਨੇ, ਕੋਈ ਸਕੋਰਪੀਓ ਕੱਢੀ ਜਾਂਦਾ, ਕੋਈ ਕੁਛ ਕੱਢੀਆਂ। ਸਭ ਤੋਂ ਪਹਿਲਾਂ ਉਹਨਾਂ ਪੇਜਾਂ ਨੂੰ ਫੜਿਆ ਜਾਵੇ, ਉਹਨਾਂ ਪੇਜਾਂ ਤੋਂ ਬਾਅਦ ਇਹ ਜਿਹੜੇ ਲੱਕੀ ਡਰਾ ਵਾਲੇ ਇਹਨਾਂ ਨੂੰ ਫੜਿਆ ਜਾਵੇ। ਉਸ ਤੋਂ ਬਾਅਦ ਸਾਰਾ ਕੁਝ ਇਹਨਾਂ ਦੀ ਜਾਂਚ ਕੀਤੀ ਜਾਵੇ ਕਿ ਕਰ ਰਹੇ ਆ ਭਾਈ ਕਿਹੜੇ ਬੇਸ 'ਤੇ ਕਰ ਰਹੇ ਆ, ਕਿਹੜੇ ਆਧਾਰ 'ਤੇ ਕਰ ਰਹੇ ਆ, ਕੀ ਅਥਾਰਟੀ ਦਿੱਤੀ ਆ ਤਾਂ ਕਿਹਨੇ ਦਿੱਤੀ ਆ, ਕਿਸ ਤਰ੍ਹਾਂ ਦੇ ਨਾਲ ਦਿੱਤੀ ਹੈ, ਕਿਵੇਂ ਇਹਨਾਂ ਨੂੰ ਅਥਾਰਟੀ ਮਿਲੀ ਆ ਜੋ ਇੰਨਾ ਸ਼ਰੇਆਮ ਚੱਲ ਰਿਹਾ। ਇਹ ਵੀ ਹੋ ਸਕਦਾ ਕਿਸੇ ਦਾ ਹੱਥ ਹੋਵੇ, ਕਿਸੇ ਮਤਲਬ ਜਿਹੜਾ ਹੈਗਾ ਸਰਕਾਰੀ ਦਰਬਾਰੇ ਕਿਸੇ ਦਾ ਇਹਨਾਂ ਦੇ ਉੱਪਰ ਹੱਥ ਹੋਵੇ ਜੋ ਇੰਨਾ ਖੁੱਲ੍ਹੇਆਮ ਚੱਲ ਰਿਹਾ। ਕਿਉਂਕਿ ਜਦੋਂ ਤੁਸੀਂ ਇੰਨੇ ਖੁੱਲ੍ਹੇਆਮ ਕਿਸੇ ਚੀਜ਼ ਨੂੰ ਪ੍ਰਮੋਟ ਕਰਦੇ ਹੋ, ਸੁਭਾਵਿਕ ਤੌਰ 'ਤੇ ਪ੍ਰਸ਼ਾਸਨ ਦੀ ਨਿਗਾਹ ਜਾਂ ਸਿਸਟਮ ਦੀ ਨਿਗਾਹ ਦੇ ਵਿੱਚ ਤਾਂ ਉਹ ਚੀਜ਼ ਹੁੰਦੀ ਆ, ਪਰ ਹੱਥ ਜ਼ਰੂਰ ਹੋ ਸਕਦਾ ਹੋਵੇ ਕਿਸੇ ਦਾ ਕਿ ਜਿਹੜਾ ਇੰਨਾ ਖੁੱਲ੍ਹੇਆਮ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ ਜਿਹੜਾ ਇਹ ਸ਼ਰੇਆਮ ਚੱਲ ਰਿਹਾ। ਪਰ ਮੈਂ ਇੱਕ ਵਾਰੀ ਫੇਰ ਕਹੂੰਗਾ, ਸਿੱਧੀ ਲੁੱਟ ਆ ਸਾਡੇ ਲੋਕਾਂ ਦੇ ਨਾਲ। ਸਾਡੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ, ਸਾਡੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। 200 300 400 ਇਕੱਠਾ ਕਰਕੇ ਕੋਈ ਇੰਨਾ ਪਾਗਲ ਨਹੀਂ ਆ ਕਿ ਤੁਹਾਡੇ ਲਈ ਕੰਮ ਕਰੂਗਾ। ਕੋਈ ਕਿਸੇ ਕੋਲੇ ਅੱਜ ਦੇ ਟਾਈਮ ਦੇ ਵਿੱਚ 1 ਮਿੰਟ ਹੈ ਨਹੀਂ ਕਿਸੇ ਦੇ ਲਈ ਤੁਹਾਡਾ ਪਾਗਲ ਕੌਣ ਆ ਕਿ ਤੁਹਾਡੇ ਲਈ ਜਿਹੜਾ ਹੈਗਾ ਕੋਈ 200 400 ਇਕੱਠਾ ਕਰੂ, ਦੂਆ ਤੁਹਾਡੇ ਘਰੇ ਲਿਆ ਕੇ ਥਾਰ ਖੜੀ ਕਰੂ, ਤੁਹਾਡੇ ਘਰੇ ਗੱਡੀ ਖੜੀ ਕਰੂ, ਮੋਟਰਸਾਈਕਲ ਖੜਾ ਕਰੂ। ਇੱਦਾਂ ਦਾ ਕੁਛ ਵੀ ਨਹੀਂ, ਅਤੇ ਇੱਦਾਂ ਦਾ ਨਾ ਹੈਗਾ ਅਤੇ ਨਾ ਹੋਵੇ। ਉਹ ਬੰਦਾ ਸਿਰਫ ਅਤੇ ਸਿਰਫ ਆਪਦੇ ਲਈ ਕੰਮ ਕਰ ਰਿਹਾ। 5-7 ਬੰਦੇ ਦੇ ਝੁੰਡ ਬਣਾ ਕੇ ਆਪਦੇ ਲਈ ਕੰਮ ਕਰਦੇ ਨੇ। ਕਈ ਵਾਰੀ ਤਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਕਰਦੇ ਨੇ ਕਿ ਲੋਕਾਂ ਨੂੰ ਭਰਮਾਉਣ ਦੇ ਲਈ, ਕਿਉਂਕਿ ਸਾਡੇ ਲੋਕਾਂ ਦਾ ਅਟੁੱਟ ਵਿਸ਼ਵਾਸ ਆ ਨਾ ਕਿ ਬਾਈ ਦੇਖੋ ਅਸੀਂ ਗੁਰੂ ਘਰ ਦੇ ਵਿੱਚ ਖੜ੍ਹੇ ਹਾਂ, ਅਸੀਂ ਫਰੋਡ ਨਹੀਂ ਕਰਦੇ। ਮਤਲਬ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਹੁੰਦਾ ਕਿ ਲੋਕ ਸਮਝਦੇ ਆ ਕਿ ਇਹ ਚੀਜ਼ ਫਰੋਡ ਆ, ਤਾਂ ਹੀ ਤਾਂ ਹੁਣ ਅਸਟਾਮ ਲੈਣ ਵੀ ਲੱਗ ਗਏ ਕਿ ਪੇਜਾਂ ਵਾਲੇ ਅਸਟਾਮ ਲੈਣ ਲੱਗ ਗਏ। ਤਾਂ ਮੈਂ ਇੱਕ ਬੇਨਤੀ ਪੇਜਾਂ ਵਾਲਿਆਂ ਨੂੰ ਵੀ ਇਹੀ ਕਰੂੰਗਾ ਕਿ ਭਾਈ ਇਹ ਚੀਜ਼ਾਂ ਫਰੋਡ ਨੇ ਯਾਰ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। 10,000 ਦੇ ਨਾਲ ਕੋਈ ਤੁਹਾਡੀ ਕੋਠੀ ਨਹੀਂ ਪੈਣ ਲੱਗੀ, 20,000 ਦੇ ਨਾਲ ਤੁਹਾਡੀ ਕੋਠੀ ਨਹੀਂ ਪੈਣ ਲੱਗੀ, ਪਰ ਤੁਸੀਂ ਲੋਕਾਂ ਦੇ ਨਾਲ ਖਿਲਵਾੜ ਨਾ ਕਰੋ। ਕਿਉਂਕਿ 200 300 400 ਲੋਟਰੀ ਉਹੀ ਪਾਉਂਦਾ ਗਾ ਜਿਹੜਾ ਇੰਨੇ ਕੁ ਯੋਗ ਨਹੀਂ ਹੁੰਦਾ। ਉਹਨੂੰ ਹੁੰਦਾ ਮੈਂ ਆਪਦੀ ਕਿਸਮਤ ਅਜਮਾ ਲਵਾਂ। ਤਾਂ ਉਹਨਾਂ ਦੇ ਨਾਲ ਯਾਰ ਖਿਲਵਾੜ ਨਾ ਕਰੋ, ਕਿਉਂਕਿ 500 400 ਉਹਨਾਂ ਦੇ ਲਈ ਬੜੀ ਵੱਡੀ ਰਕਮ ਹੁੰਦੀ ਆ। 200 300 ਜਿਹੜਾ ਇੰਨਾ ਕੁ ਕਮਾਉਂਦਾ ਉਹਦੇ ਲਈ ਬੜੀ ਵੱਡੀ ਰਕਮ ਹੁੰਦੀ ਆ। ਸੋ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਨੂੰ ਵੀ ਆ ਕਿ ਜੇਕਰ ਦੇਖ ਰਹੇ ਹੋ ਤਾਂ ਸ਼ਿਕੰਜਾ ਇਹਨਾਂ ਦੇ ਉੱਪਰ ਜ਼ਰੂਰ ਕੱਸੋ। ਸਭ ਤੋਂ ਪਹਿਲਾਂ ਸ਼ਿਕੰਜਾ ਇਹਨਾਂ ਪੇਜਾਂ ਵਾਲਿਆਂ ਦੇ ਉੱਪਰ ਕੱਸੋ। ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਗੋਡਿਆਂ ਹੇਠ ਲੈ ਕੇ ਇਹਨਾਂ ਤੋਂ ਪੁੱਛੋ ਕਿ ਭਾਈ ਚੱਲ ਕੀ ਰਿਹਾ ਆ, ਇਹ ਗੱਲ ਕੀ ਆ। ਉਸ ਤੋਂ ਬਾਅਦ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਜਿਹੜੇ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ, ਜਿਹੜੇ ਲੱਕੀ ਡਰਾ ਕਰਦੇ ਨੇ। ਅਤੇ ਜੇਕਰ 1-2 ਦੇ
ਉੱਪਰ ਸ਼ਿਕੰਜਾ ਕੱਸਿਆ ਗਿਆ ਨਾ ਤਾਂ ਇਹਨਾਂ ਪੇਜਾਂ ਨੇ ਪ੍ਰਮੋਟ ਕਰਨਾ ਤੇ ਨਾ ਕੋਈ ਲੱਕੀ ਡਰਾ ਨਿਕਲਣਾ। ਇਹ ਖੁੱਲ੍ਹੇਆਮ ਤਾਂ ਹੀ ਚੱਲ ਰਿਹਾ ਕਿ ਕੋਈ ਇਹਨਾਂ ਨੂੰ ਪੁੱਛ ਗਿੱਛ ਨਹੀਂ, ਕੋਈ ਕੁਛ ਨਹੀਂ। ਜਿਹੜਾ ਖੋਲ੍ਹੀ ਜਾਂਦਾ ਚਲੋ ਠੀਕ ਹੈ ਜੀ, ਕੋਈ ਉਹ ਦੁਕਾਨ ਨਹੀਂ ਖੋਲ੍ਹੀ, ਉਹਨੇ ਖੋਲ੍ਹੀ। ਜਦੋਂ ਇਹਨਾਂ ਦੇ ਪੁੱਛ ਗਿੱਛ ਹੋਊਗੀ ਨਾ ਤਾਂ ਇਹਨਾਂ ਨੇ ਕਿਤੇ ਉਦੋਂ ਲੱਕੀ ਡਰਾ ਤੁਹਾਨੂੰ ਲੱਭਿਆ ਨਹੀਂ ਥੇ ਉਹਨੇ ਉਦੋਂ ਲੱਕੀ ਡਰਾ, ਜਦੋਂ ਇਹਨਾਂ ਦੇ ਉੱਪਰ ਕੋਈ ਸ਼ਿਕੰਜਾ ਕੱਸਿਆ ਗਿਆ, ਤੇ ਨਾ ਆਹ ਪੇਜਾਂ ਵਾਲੇ ਲੱਭੇ ਤੇ ਹੁਣ ਜਿਹੜਾ ਨੂੰ ਪ੍ਰਮੋਟ ਕਰਦੇ ਆ ਜੀ। ਸੋ ਇਹ ਸਨ ਜਸ ਗਰੇਵਾਲ ਕਿ ਜਿਨ੍ਹਾਂ ਨੇ ਇਸ ਗੁੰਝਲਦਾਰ ਸਾਜ਼ਿਸ਼ ਦੇ ਉੱਤੇ ਚਾਨਣਾ ਪਾਈ ਕਿ ਕਿਸ ਤਰ੍ਹਾਂ ਜਿਹੜੇ ਲੱਕੀ ਡਰਾਅ ਵਾਲੇ ਆ ਬੰਦੇ, ਉਹ ਕਿਸ ਤਰ੍ਹਾਂ ਲੋਕਾਂ ਦੀ, ਆਮ ਲੋਕਾਂ ਦੀ 200 300 ਕਮਾਉਣ ਵਾਲੇ ਦੀ ਦਿਹਾੜੀ ਦੀ ਲੁੱਟ ਕਰ ਰਹੇ ਆ। ਤੇ ਪ੍ਰਸ਼ਾਸਨ ਵੀ ਕਿੱਥੇ, ਉਹਨਾਂ ਨੇ ਕਿਹਾ ਕਿ ਸ਼ਾਇਦ ਅੱਖਾਂ ਮੀਚੀ ਬੈਠਾ। ਤੇ ਵੱਡੀ ਗੱਲ ਜਿਹੜੀ ਪੇਜਾਂ ਵਾਲੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ, ਉਹ ਵੀ ਉਸੇ ਲੁੱਟ ਦਾ ਹੀ ਹਿੱਸਾ ਨੇ। ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਨਾਲ। ਮੈਂ ਹਾਂ ਗੌਰਵ, ਧੰਨਵਾਦ।